पिछले एक साल च 72% ਪ੍ਰਾਈਵੇਟ ਮਾਰਗੇजेस ਵਧੀਆਂ ਨੇ 72%। 2020 ਚ ਕੋਈ ਘਰ ਬੁੱਕ ਕਰਾਇਆ ਸੀਗਾ ਤੇ ਮੰਨ ਲਓ 1.5 ਮਿਲੀਅਨ ਦਾ ਸੀਗਾ ਤੇ ਹੁਣ ਜਦੋਂ ਉਹਦੀ ਕਲੋਜ਼ਿੰਗ ਆਈ ਤੇ ਕਲੋਜ਼ਿੰਗ ਵੇਲੇ ਬੈਂਕ ਨੇ ਉਹਦੀ ਵੈਲਿਊ ਜਿਹੜੀ ਹੈ ਉਹ 1.5 ਮਿਲੀਅਨ ਤੋਂ 1.2 ਮਿਲੀਅਨ ਕਰਤੀ। ਉਹਨਾਂ ਨੇ ਕਿਹਾ ਜੀ 1.2 ਤੇ ਮਾਰਗੇਜ ਦਿਆਂਗੇ ਤੇ ਹੁਣ ਉਸ ਬੰਦੇ ਨੇ ਪਹਿਲਾਂ ਹੀ ਵਿਚਾਰੇ ਨੇ 20% ਖਿੱਚ ਧੂ ਕੇ ਆਪਣੀ ਡਾਊਨ ਪੇਮੈਂਟ ਕੀਤੀ ਹੋਈ ਸੀਗੀ ਤੇ ਹੁਣ ਨੂੰ $3 ਲੱਖ ਕਿੱਥੋਂ ਲੈ ਕੇ ਆਵੇ। ਤੁਸੀਂ ਦੱਸਿਆ ਕਿ ਨਾ ਤਾਂ ਫਾਈਕੌਮ ਜਾਂ ਜਿਹੜਾ FSR ਵਗੈਰਾ ਕੋਈ ਰੈਗੂਲੇਟ ਕਰਦੇ ਨੇ, ਦੂਜੇ ਪਾਸੇ ਇੰਟਰਸਟ ਰੇਟ ਤਾਂ ਉਹ ਵੱਧ ਲੈਂਦੇ ਹੀ ਲੈਂਦੇ ਸੀ। ਕਹਿੰਦੇ ਕੰਡੀਸ਼ਨਸ ਇਹੋ ਜਿਹੀਆਂ ਨਾਲ ਸ਼ਰਤਾਂ ਇਹੋ ਜਿਹੀਆਂ ਲਾ ਦਿੰਦੇ ਨੇ ਪਰਸਨਲ ਨੈਟਵਰਕ ਦੇ ਬਹਾਨੇ ਹੇਠ। ਉਹ ਕਹਿੰਦੇ ਇੱਕ ਬੰਦਾ ਦੱਸਦਾ ਸੀ, ਉਹ ਕਹਿੰਦਾ ਮੇਰੇ ਘਰ ਵਾਲੀ ਦੀਆਂ ਜਿਹੜੀਆਂ ਸੋਨੇ ਦੀਆਂ ਚੂੜੀਆਂ ਤੋਂ ਲੈ ਕੇ ਝਾਂਜਰਾਂ ਤੱਕ ਰੱਖ ਲੀਆਂ। ਤੁਸੀਂ ਇਹ ਸੋਚ ਰਹੇ ਹੈ ਬੈਂਕਰਪਸੀ ਸੇਲ ਜਿਹੜੀ ਹੈ 50% ਜਿਹੜੀ ਬੈਂਕਰਪਟ ਸੇਲਸ ਹੁੰਦੀਆਂ ਨੇ ਪ੍ਰਾਪਰਟੀਆਂ ਦੀਆਂ ਘਰਾਂ ਦੀਆਂ ਉਹ ਪ੍ਰਾਈਵੇਟ ਲੈਂਡਰਸ ਵੱਲੋਂ ਨੇ। ਜੇ ਤੁਸੀਂ ਪਹਿਲਾਂ ਤਾਂ ਇਹ ਲੈਂਡਰ ਕੋਲ ਜਾਓ ਜਿਹੜੇ ਤੁਸੀਂ ਬੈਂਕ ਨਾਲ ਡੀਲ ਕਰਦੇ ਹੈ, ਜੇ ਤੁਹਾਨੂੰ ਉਹੀ ਮਾਰਗੇਜ ਦੇਣ ਤੋਂ ਮਨਾ ਕਰ ਰਿਹਾ ਹੈ ਇਟ ਮੀਨਸ ਸਮਥਿੰਗ ਇਜ਼ ਰੋਂਗ ਸਮਵੇਅਰ। ਤੁਸੀਂ ਆਪਣੇ ਆਪ ਨੂੰ ਓਵਰ ਐਕਸਟੈਂਡ ਕਰ ਰਹੇ। ਬੈਂਕ ਦੇਖੋ ਮਾਰਗੇਜ ਦੇਣ ਲਈ ਬੈਠੇ ਹੈ, ਬੈਂਕ ਕੋਈ ਇਹ ਨਹੀਂ ਹੈਗਾ ਕਿ ਇਸ ਲਈ ਬੈਠੇ ਹੈ ਬਈ ਮਾਰਗੇਜ ਨਹੀਂ ਦੇਣਾ, ਉਹਨਾਂ ਦਾ ਬਿਜ਼ਨਸ ਹੈ ਮਾਰਗੇਜ ਲੈਂਡਿੰਗ। The Harjinder Singh Show. Thank you very much for joining us. ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਪ੍ਰਾਈਵੇਟ ਲੈਂਡਿੰਗ ਕੰਪਨੀਜ਼ ਨੇ ਜਾਂ ਪ੍ਰਾਈਵੇਟ ਫਾਈਨੈਂਸਰ ਨੇ ਉਹ ਕਿਵੇਂ ਕੰਮ ਕਰਦੇ ਨੇ ਤੇ ਇਹਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ? ਬੜੀ ਤੁਸੀਂ ਸਹੀ ਰਿਪੋਰਟ ਪੜ੍ਹੀ ਹੈ ਜੀ। ਇਹ ਪਿਛਲੇ ਹਫ਼ਤੇ ਗਲੋਬ ਐਂਡ ਮੇਲ ਸੀਗੀ ਔਰ ਅੱਜ ਟੋਰਾਂਟੋ ਸਟਾਰ 'ਚ ਖਬਰ ਹੈਗੀ ਆ ਥਿੰਡ ਸਾਹਿਬ ਕਿ ਪਿਛਲੇ ਇੱਕ ਸਾਲ 'ਚ 72% ਪ੍ਰਾਈਵੇਟ ਮਾਰਗੇजेस ਵਧੀਆਂ ਨੇ 72%, ਜਿਹੜੀਆਂ ਕਿ ਕਿਸੇ ਟਾਈਮ $13 ਬਿਲੀਅਨ ਹੁੰਦੀਆਂ ਸੀਗੀਆਂ ਹੁਣ 2021 ਚੋਂ $22.4 ਬਿਲੀਅਨ ਹੈਗੀਆਂ ਨੇ। ਔਰ ਇਹਦੇ 'ਚ ਇੱਕ ਹੋਰ ਖਬਰ ਦੇਖਣ ਨੂੰ ਮਿਲੀ ਕਿ 20% ਤੇ ਹੈਗੀਆਂ ਨੇ, ਮਤਲਬ ਟੋਟਲ ਮਾਰਗੇजेस ਦਾ 20% ਇਹ ਪ੍ਰਾਈਵੇਟ ਮਾਰਗੇजेस ਨੇ। ਔਰ ਇਹ ਪ੍ਰਾਈਵੇਟ ਮਾਰਗੇजेस ਕੋਈ ਕਿਸੇ ਕੰਪਨੀਆਂ ਵੱਲੋਂ ਨਹੀਂ ਹੈਗੀਆਂ। ਕੰਪਨੀਆਂ ਕੋਈ ਜਿਸ ਤਰ੍ਹਾਂ ਕਹਿ ਲਓ ਨੰਬਰ ਬੇਸ ਕੰਪਨੀਆਂ, ਕੋਈ ਇਸ ਤਰ੍ਹਾਂ ਦੀ ਕੰਪਨੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ। ਔਰ ਇਹਦਾ ਕੋਈ ਜਾਇਜ਼ਾ ਕਹਿ ਲਓ ਕੋਈ ਵੀ ਰੈਗੂਲੇਟਰੀ ਅਥਾਰਟੀਜ਼ ਜਿਵੇਂ ਸਾਡੇ ਇੱਥੇ ਓਨਟਾਰੀਓ 'ਚ FSR ਹੈ, ਫਾਈਨੈਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ, ਇਸ ਤਰ੍ਹਾਂ ਹੀ ਹਰ ਇੱਕ ਸੂਬੇ 'ਚ BC 'ਚ ਵੀ ਹੈਗੀ ਆ ਤੇ ਉਹ ਕੋਈ ਇਹਦਾ ਨੋਟਿਸ ਨਹੀਂ ਲੈ ਰਹੀਆਂ। ਕਿਉਂਕਿ ਇਹਦੇ 'ਚ ਹੁੰਦਾ ਕੀ ਹੈ ਸਰ, ਜਿਹੜੀ ਤੁਸੀਂ ਗੱਲ ਸਹੀ ਕਹੀ ਕਿ ਫਲਿੱਪਰਸ ਜਾਂ ਕਈ ਲੋਕ ਜਿਹੜੇ ਵਿਚਾਰੇ ਫਸੇ ਹੋਏ ਹੁੰਦੇ ਨੇ ਉਹ ਇਸ ਤੋਂ ਪ੍ਰਾਈਵੇਟ ਮਾਰਗੇਜ ਲੈਂਦੇ ਨੇ। ਔਰ ਹੁੰਦਾ ਕੀ ਹੈ ਜੋ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿ ਕਿਸੇ ਨੇ 2020 ਚ ਕੋਈ ਘਰ ਬੁੱਕ ਕਰਾਇਆ ਸੀਗਾ ਤੇ ਮੰਨ ਲਓ 1.5 ਮਿਲੀਅਨ ਦਾ ਸੀਗਾ ਤੇ ਹੁਣ ਜਦੋਂ ਉਹਦੀ ਕਲੋਜ਼ਿੰਗ ਆਈ ਤੇ ਕਲੋਜ਼ਿੰਗ ਵੇਲੇ ਬੈਂਕ ਨੇ ਉਹਦੀ ਵੈਲਿਊ ਜਿਹੜੀ ਹੈ ਉਹ 1.5 ਮਿਲੀਅਨ ਤੋਂ 1.2 ਮਿਲੀਅਨ ਕਰਤੀ। ਉਹਨਾਂ ਨੇ ਕਿਹਾ ਜੀ 1.2 ਤੇ ਮਾਰਗੇਜ ਦਿਆਂਗੇ ਤੇ ਹੁਣ ਉਸ ਬੰਦੇ ਨੇ ਪਹਿਲਾਂ ਹੀ ਵਿਚਾਰੇ ਨੇ 20% ਖਿੱਚ ਧੂ ਕੇ ਆਪਣੀ ਡਾਊਨ ਪੇਮੈਂਟ ਕੀਤੀ ਹੋਈ ਸੀਗੀ ਤੇ ਹੁਣ ਨੂੰ $3 ਲੱਖ ਕਿੱਥੋਂ ਲੈ ਕੇ ਆਵੇ। ਤੇ ਉਹ ਇਸ ਤਰੀਕੇ ਨਾਲ ਜਿਹੜਾ ਹੈ ਉਹ ਪ੍ਰਾਈਵੇਟ ਜਿਹੜੇ ਮਾਰਗੇਜ ਲੈਂਡਰਸ ਨੇ ਉਹਨਾਂ ਕੋਲ ਚਲਾ ਜਾਂਦਾ ਹੈ। ਉਹ ਮਨ ਭਾਉਂਦੀਆਂ ਫਿਰ ਜਿਹੜੀਆਂ ਰੇਟ ਨੇ ਕੋਈ ਵੈਸੇ ਇੱਥੇ ਜੋ ਮੈਂ ਬ੍ਰੋਕਰਸ ਨਾਲ ਗੱਲ ਕੀਤੀ 12+2 12% ਇੰਟਰਸਟ ਚਾਰਜ ਕਰਦੇ ਨੇ, 2% ਜੋ ਵੀ ਉਹਦੀ ਆਪਣੀ ਫੀਸ ਹੁੰਦੀ ਹੈ ਉਹ ਚਾਰਜ ਕਰਦੇ ਨੇ। ਅੱਛਾ, ਫਿਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ ਸਿਰਫ ਇੰਟਰਸਟ ਓਨਲੀ ਪੇਮੈਂਟ ਹੁੰਦੀ ਹੈ। ਮੰਨ ਲਓ ਤੁਸੀਂ ਜੇ ਮੰਨ ਲਓ $1 ਮਿਲੀਅਨ ਦੀ ਮਾਰਗੇਜ ਲਈ ਹੈ ਤੇ ਤੁਸੀਂ ਜੇ ਮੰਨ ਲਓ ਉਹ 12% ਤੇ ਲਈ ਹੈ ਤੇ ਮੰਨ ਲਓ 12% ਤੁਹਾਡਾ ਹੋ ਗਿਆ 1,20,000, ਤੁਸੀਂ ਉਸ ਬੰਦੇ ਨੂੰ 10,000 ਦੇ ਹਰ ਮੰਥ ਦੇ ਐਡਵਾਂਸ ਚੈੱਕ ਦੇ ਦੇਣੇ ਹੈ। ਔਰ ਇਹ ਤਾਂ ਹੈ ਨਹੀਂ ਕਿ ਸਾਲ ਬਾਅਦ ਤੁਹਾਡੀ ਕੋਈ ਮਾਰਗੇਜ ਕੁਝ ਪੇ ਆਫ ਹੋ ਗਈ ਜਿਸ ਤਰ੍ਹਾਂ ਆਮ ਟ੍ਰੈਡੀਸ਼ਨਲ ਮਾਰਗੇजेस ਹੁੰਦੀਆਂ ਨੇ ਜਾਂ ਤੁਸੀਂ ਕੋਈ ਤੁਹਾਡੀ ਸਿਚੁਏਸ਼ਨ ਬੈਟਰ ਹੋ ਜਾਣੀ ਹੈ। ਤੇ ਇਸ ਤਰ੍ਹਾਂ ਲੋਕੀ ਜਿਹੜੇ ਆ ਬਹੁਤ ਜ਼ਿਆਦਾ ਫਸੇ ਹੋਏ ਨੇ ਜੀ। ਫਲਿੱਪਰਸ ਫਸੇ ਹੋਏ ਨੇ ਕਿਉਂਕਿ ਫਲਿੱਪਰਸ ਦੀ ਜਿਹੜੀ ਤੁਸੀਂ ਗੱਲ ਕਹੀ ਆ ਬਈ ਮਹੀਨੇ 2 ਮਹੀਨੇ ਲਈ ਜਿਹੜੇ ਲੈਂਦੇ ਸੀਗੇ ਤੇ ਉਹ ਇਹੀ ਸੋਚ ਕੇ ਲਿਆ ਸੀ ਉਹਨਾਂ ਨੇ ਵੀ ਇਹਨੂੰ ਰੈਨੋਵੇਟ ਕਰਕੇ ਵੇਚ ਦਿਆਂਗੇ, ਉਧਰੋਂ ਪ੍ਰਾਈਸਿਸ ਥੱਲੇ ਆ ਗਏ, ਉਹ ਹੁਣ ਉਹ ਫਸ ਗਏ ਆ। ਤੇ ਫਲਿੱਪਰਸ ਵੀ ਫਸੇ ਹੋਏ ਆ, ਜਿਹੜੇ ਕੋਈ ਵਿਚਾਰੇ ਜੈਨੂਅਨ ਜਿਹੜੇ ਬਾਇਰ ਸੀਗੇ ਉਹ ਵੀ ਫਸੇ ਹੋਏ ਨੇ। ਲੇਕਿਨ ਸਰਕਾਰ ਵੱਲੋਂ ਜਿਹੜੀ ਹੈ ਜੀ ਕੋਈ ਵੀ ਰੈਗੂਲੇਟਰੀ ਅਥਾਰਟੀ ਨਹੀਂ ਹੈਗੀ ਇਹਦੇ ਤੇ ਪ੍ਰਾਈਵੇਟ ਮਾਰਗੇजेस ਦੀ। ਔਰ ਇਹਦੇ ਅੰਦਰ ਸਾਰਾ ਪੈਸਾ ਮੋਸਟਲੀ ਬਲੈਕ ਮਨੀ ਹੈ। ਬਲੈਕ ਮਨੀ ਕਹਿਣ ਤੋਂ ਭਾਵ ਇਹ ਹੈ ਕਿ ਮੰਨ ਲਓ ਤੁਸੀਂ ਇੰਟਰਸਟ ਪੇ ਕਰ ਰਹੇ ਹੋ ਲੇਕਿਨ ਉਹ ਬੰਦਾ ਆਪਣੀ ਇਨਕਮ ਸ਼ੋ ਹੀ ਨਹੀਂ ਕਰਦਾ। ਮੋਸਟਲੀ ਇਨਕਮ ਸ਼ੋ ਨਹੀਂ ਕਰਦੇ ਅਨਲੈਸ ਕਿ ਉਹ ਕਿਸੇ ਰਜਿਸਟਰਡ ਮਨੀ ਚੋਂ ਆਇਆ ਹੋਏ। ਮੰਨ ਲਓ ਉਹਨੇ ਆਪਣੇ RSP ਚੋਂ ਤੁਹਾਨੂੰ ਪੈਸੇ ਦਿੱਤੇ ਹੋਣ
ਜਾਂ TFS 'ਚ ਦਿੱਤੇ ਹੋਣ, ਤੇ ਇਹਦੇ ਸਰਕਾਰ ਨੂੰ ਵੀ ਘਾਟਾ ਹੈ ਔਰ ਇਹ ਵਨਰੇਬਲ ਸੁਸਾਇਟੀ ਜਿਹੜੀ ਹੈ ਇੱਕ ਤਰ੍ਹਾਂ ਦਾ ਸ਼ਾਰਕਸ ਦੇ ਅੱਗੇ ਛੱਡ ਦਿੱਤੀ ਗਈ ਹੈ ਬਈ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਲਈ। ਤੇ ਇਹਦੇ ਲਈ ਮੈਂ ਸਮਝਦਾ ਜੀ ਕਿ ਬੈਂਕਾਂ ਨੂੰ ਜਾਂ ਰੈਗੂਲੇਟਰੀ ਅਥਾਰਟੀਜ਼ ਨੂੰ ਜ਼ਰੂਰ ਦਾ ਸਖਤ ਨੋਟਿਸ ਲੈਣਾ ਚਾਹੀਦਾ ਤਾਂ ਕਿ ਲੋਕੀ ਜਿਹੜਾ ਹੋਰ ਜ਼ਿਆਦਾ ਨਾ ਇਹਦੇ 'ਚ ਮਤਲਬ ਪਸੀਚੇ ਜਾਣ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਾ ਤਾਂ ਫਾਈਕੌਮ ਜਾਂ ਜਿਹੜਾ FSR ਵਗੈਰਾ ਕੋਈ ਰੈਗੂਲੇਟ ਕਰਦੇ ਨੇ, ਦੂਜੇ ਪਾਸੇ ਇੰਟਰਸਟ ਰੇਟ ਤਾਂ ਉਹ ਵੱਧ ਲੈਂਦੇ ਹੀ ਲੈਂਦੇ ਸੀ। ਕਹਿੰਦੇ ਕੰਡੀਸ਼ਨਸ ਇਹੋ ਜਿਹੀਆਂ ਨਾਲ ਸ਼ਰਤਾਂ ਇਹੋ ਜਿਹੀਆਂ ਲਾ ਦਿੰਦੇ ਨੇ ਪਰਸਨਲ ਨੈਟਵਰਥ ਦੇ ਬਹਾਨੇ ਹੇਠ। ਉਹ ਕਹਿੰਦੇ ਇੱਕ ਬੰਦਾ ਦੱਸਦਾ ਸੀ, ਉਹ ਕਹਿੰਦਾ ਮੇਰੇ ਘਰ ਵਾਲੀ ਦੀਆਂ ਜਿਹੜੀਆਂ ਸੋਨੇ ਦੀਆਂ ਚੂੜੀਆਂ ਤੋਂ ਲੈ ਕੇ ਝਾਂਜਰਾਂ ਤੱਕ ਰੱਖ ਲੀਆਂ, ਹੁਣ ਜੇ ਉਹ ਕਦੇ ਫੋਰਕਲੋਜ਼ ਕਰਦੇ ਕਹਿੰਦੇ ਸਾਡੇ ਕੋਲ ਰਹਿਣਾ ਕੱਖ ਨਹੀਂ। ਜੀ ਬਿਲਕੁਲ ਸਰ, ਉਹ ਤਾਂ ਹਰ ਇੱਕ ਚੀਜ਼ ਤੇ ਤੁਹਾਡੀ ਜਿਹੜੀ ਲੀਨ ਪਾ ਕੇ ਰੱਖਦੇ ਨੇ। ਬੇਸ਼ੱਕ ਇੱਕ ਪ੍ਰਾਪਰਟੀ ਦੇ ਲਈ ਦੋ ਹੋਰ ਪ੍ਰਾਪਰਟੀਆਂ ਤੁਹਾਡੀਆਂ ਹੈਗੀਆਂ ਉਹਦੇ ਤੇ ਵੀ ਲੀਨ ਪਾ ਕੇ ਰੱਖਦੇ ਨੇ, ਉਹ ਆਪਣਾ ਪੈਸਾ ਸਿਕਿਉਰ ਕਰਨਾ ਚਾਹੁੰਦੇ ਨੇ। ਦੇਖੋ ਥਿੰਡ ਸਾਹਿਬ, ਇਸ ਤਰ੍ਹਾਂ ਆ ਕਿ ਜਿਹੜੇ ਪ੍ਰਾਈਵੇਟ ਮੌਰਗੇਜ ਦੇਣੀ ਹੈ ਉਹ ਤੁਹਾਡਾ ਕ੍ਰੈਡਿਟ ਨਹੀਂ ਚੈੱਕ ਕਰਦਾ, ਉਹ ਤੁਹਾਡੇ ਕੋਲ ਇਨਕਮ ਨਹੀਂ ਚੈੱਕ ਕਰਦਾ। ਦੇਖੋ ਟ੍ਰੈਡੀਸ਼ਨਲ ਮੌਰਗੇਜ ਜੋ ਤੁਸੀਂ ਲੈਣੀ ਹੈ ਬੈਂਕ ਤਿੰਨ ਚੀਜ਼ਾਂ ਦੇਖਦਾ ਹੈ, ਤੁਹਾਡਾ DSR ਰੇਸ਼ੋ, ਡੈਟ ਸਰਵਿਸਿੰਗ ਰੇਸ਼ੋ, ਯਾਨੀ ਕਿ ਤੁਹਾਡੇ ਕੋਲ ਕਿੰਨੇ ਕਰਜ਼ੇ ਲਏ ਹੋਏ ਨੇ, ਕਿੰਨੀ ਤੁਹਾਡੀ ਇਨਕਮ ਹੈ। ਪਰ ਲੈਂਡਰ ਫਿਰ ਰਿਸਕ ਵੀ ਲੈ ਰਿਹਾ ਜੀ। ਲੈਂਡਰ ਰਿਸਕ ਲੈ ਰਿਹਾ, ਬਿਲਕੁਲ ਰਿਸਕ ਲੈ ਰਿਹਾ ਸਰ। ਜਦੋਂ ਰਿਸਕ ਲੈ ਰਿਹਾ ਤਾਂ ਤੁਹਾਨੂੰ ਫਿਰ ਐਸਾ ਬਣ ਕੇ ਰੱਖਦਾ ਤੁਸੀਂ ਛੁੱਟ ਹੀ ਨਹੀਂ ਸਕਦੇ। ਅੱਛਾ, ਇੱਕ ਗੱਲ ਜਿਹੜੀ ਆਮ ਲੋਕਾਂ ਨੂੰ ਪਤਾ ਨਹੀਂ, ਜਦੋਂ ਉਹਦੀ ਪੇਮੈਂਟ ਬੰਨ੍ਹਦੇ ਆ ਉਹ ਕਹਿੰਦੇ ਪੇਮੈਂਟ ਸਾਰੀ ਦੀ ਸਾਰੀ ਇੰਟਰਸਟ ਚਲੀ ਜਾਂਦੀ ਆ, ਉਹ 'ਚੋਂ ਮੁੜਦਾ ਨਹੀਂ ਕੋਈ ਪੈਸਾ। ਯੈਸ, ਇੰਟਰਸਟ ਓਨਲੀ ਪੇਮੈਂਟ ਹੈ ਸਰ, ਉਹ ਇੰਟਰਸਟ ਓਨਲੀ ਪੇਮੈਂਟ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇੰਟਰਸਟ ਪਹਿਲਾਂ ਹੀ ਲੈ ਲੈਂਦੇ ਆ 2%। ਇੱਕ ਤਾਂ ਪਹਿਲਾਂ ਆਪਣੀ ਫੀਸ ਲੈਂਦੇ ਆ, ਫਿਰ ਤੁਹਾਡੀ ਹਰ ਮਹੀਨੇ ਦਾ ਪਹਿਲਾਂ ਚੈੱਕ ਲੈ ਲੈਂਦੇ ਆ। ਫਿਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਪੈਨਲਟੀਜ਼ ਲਾਈਆਂ ਹੁੰਦੀਆਂ ਨੇ ਬਈ ਜੇ ਸਪੋਜ਼ ਤੁਸੀਂ ਮੌਰਗੇਜ ਤੁਹਾਡਾ ਚੈੱਕ ਕੋਈ ਬਾਉਂਸ ਹੋ ਗਿਆ, ਕੋਈ $250 ਕੋਈ $500 ਚੈੱਕ ਬਾਉਂਸ ਦੀ NSF ਦੀ ਫੀਸ ਲਾਊਗਾ। ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਕੱਲ ਨੂੰ ਪੈਸੇ ਆ ਕੇ ਤੁਸੀਂ ਪ੍ਰੀਪੋਨ ਕਰਨਾ ਚਾਹੁੰਦੇ ਆ, ਤੁਸੀਂ ਕਹਿੰਦੇ ਜੀ ਮੈਂ 6 ਮਹੀਨੇ ਬਾਅਦ ਮੈਂ ਮੌਰਗੇਜ ਪੇ ਆਫ ਕਰਨਾ ਚਾਹੁੰਦਾ, ਮੈਂ ਕਾਹਨੂੰ ਇੰਨਾ ਇੰਟਰਸਟ ਦਿਆਂ, ਉਹਦੀ ਵੀ ਪੈਨਲਟੀ ਹੈਗੀ ਆ ਔਰ ਬੜੀ ਸਖਤ ਪੈਨਲਟੀ ਹੈ। ਉਹ ਪੂਰੇ 6 ਮਹੀਨੇ ਦਾ ਇੰਟਰਸਟ ਜਾਂ 3 ਮਹੀਨੇ ਦਾ ਇੰਟਰਸਟ ਤੁਹਾਡੇ ਤੋਂ ਲੈਣਗੇ। ਔਰ ਇਹਦੇ 'ਚ ਤੁਸੀਂ ਇੱਕ ਗੱਲ ਹੋਰ ਦੇਖਣਾ ਸਰ, ਜਿਹੜੀ ਹੁਣ ਬੈਂਕਰਪਸੀ ਦੀ ਸੇਲ ਆ ਰਹੀਆਂ ਨੇ, ਤੁਸੀਂ ਇਹ ਸੋਚ ਰਹੇ ਹੈ ਬੈਂਕਰਪਸੀ ਦੀ ਸੇਲ ਜਿਹੜੀ ਹੈ 50% ਜਿਹੜੀ ਬੈਂਕਰਪਟ ਸੇਲਸ ਹੁੰਦੀਆਂ ਨੇ ਪ੍ਰਾਪਰਟੀਆਂ ਦੀਆਂ, ਘਰਾਂ ਦੀਆਂ, ਉਹ ਪ੍ਰਾਈਵੇਟ ਲੈਂਡਰਸ ਵੱਲੋਂ ਨੇ। ਤੁਸੀਂ ਆਪੇ ਅੰਦਾਜ਼ਾ ਲਗਾ ਲਓ ਵੀ ਕਿਸ ਤਰ੍ਹਾਂ ਬੰਦਾ ਦਲਦਲ 'ਚ ਫਸਦਾ ਜਾਂਦਾ ਆ। ਪਹਿਲਾਂ ਫਸਟ ਮੌਰਗੇਜ ਲੈਂਦਾ, ਫਿਰ ਸੈਕੰਡ ਮੌਰਗੇਜ ਲੈਂਦਾ, ਫਿਰ ਥਰਡ ਮੌਰਗੇਜ ਲੈਂਦਾ, ਫਿਰ ਪ੍ਰਾਈਵੇਟ ਲੈਂਡਰ ਕੋਲ ਜਾਂਦਾ ਔਰ ਹਾਰ ਕੇ ਫਿਰ ਉਹ ਬੈਂਕਰਪਟ ਹੋ ਜਾਂਦਾ। ਇਹ ਪ੍ਰਾਈਵੇਟ ਮੌਰਗੇਜ ਜਿਹੜੀਆਂ ਤੁਸੀਂ ਦੇਖੋ ਪਿਛਲੇ ਸਾਲ 'ਚ 10% ਸੀਗੀਆਂ ਤੇ ਇਸ ਸਾਲ ਜੋ ਆંકੜੇ ਆਏ ਆ ਵੀ ਜਿੰਨੇ ਘਰ ਬੈਂਕਰਪਸੀ ਸੇਲ ਤੇ ਉਹਦੇ 'ਚੋਂ 50% ਪ੍ਰਾਈਵੇਟ ਲੈਂਡਰ ਵੱਲੋਂ ਸੇਲ ਹੋ ਰਹੇ। ਅੱਛਾ ਸੁਰਿੰਦਰਪਾਲ ਸਿੰਘ ਜੀ, ਜਿੱਥੇ ਰਿਸਕ ਕਾਫੀ ਆ ਉੱਥੇ ਫਸਟ ਟਾਈਮ ਹੋਮ ਬਾਇਰ ਕੋਲੇ ਬਹੁਤੀ ਚੁਆਇਸ ਨਹੀਂ ਹੁੰਦੀ। ਬੈਂਕਾਂ ਮੂੰਹ ਨਹੀਂ ਲਾਉਂਦੀਆਂ, ਕ੍ਰੈਡਿਟ ਯੂਨੀਅਨਸ ਨਖਰੇ ਕਰਦੀਆਂ ਨੇ, ਆਹ ਲੈ ਕੇ ਆ, ਅਖੀਰ ਨੂੰ ਜਵਾਬ ਦੇ ਦਿੰਦੀਆਂ ਨੇ। ਇੱਥੋਂ ਤੱਕ ਹੋਣ ਲੱਗ ਪਿਆ ਜੇ ਕਿਸੇ ਨੇ ਪਹਿਲਾਂ ਮਨਜ਼ੂਰੀ ਦੇ ਵੀ ਦਿੱਤੀ ਸੀ, ਕਮਿਟਮੈਂਟ ਲੈਟਰ ਵਾਪਸ ਲੈ ਲਿਆ। ਸੋ ਉਹ ਮਜਬੂਰ ਹੋ ਗਏ ਜਾ ਕੇ, ਜਿਨ੍ਹਾਂ ਨੇ ਪ੍ਰਾਈਵੇਟ ਲੈਂਡਿੰਗ ਕੰਪਨੀਜ਼ ਦੇ ਵਿੱਚ ਸ਼ਰਨ ਲਈ ਆ, ਉਹਨਾਂ ਨੂੰ ਕੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੋਈ ਪ੍ਰਾਈਵੇਟ ਲੈਂਡਰ ਕੋਲ ਜਾਂਦਾ ਹੈ। ਫਸਟ ਟਾਈਮ ਹੋਮ ਬਾਇਰਸ ਕੋਲ ਬਹੁਤੀ ਚੁਆਇਸ ਨਹੀਂ ਹੁੰਦੀ, ਸੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਜੀ ਉਹ? ਦੇਖੋ ਸਰ, ਸਭ ਤੋਂ ਪਹਿਲੀ ਗੱਲ ਤਾਂ ਬੀ ਡਿਸਿਪਲਿਨਡ। ਜੇ ਤੁਸੀਂ ਪਹਿਲਾਂ ਤਾਂ ਲੈਂਡਰ ਕੋਲ ਜਾਓ ਜਿਹੜੇ ਤੁਸੀਂ ਬੈਂਕ ਨਾਲ ਡੀਲ ਕਰਦੇ ਹੈ, ਜੇ ਤੁਹਾਨੂੰ ਉਹੀ ਮੌਰਗੇਜ ਦੇਣ ਤੋਂ ਮਨਾ ਕਰ ਰਿਹਾ ਹੈ, ਇਟ ਮੀਨਸ ਸਮਥਿੰਗ ਇਜ਼ ਰੋਂਗ ਸਮਵੇਅਰ। ਤੁਸੀਂ ਆਪਣੇ ਆਪ ਨੂੰ ਓਵਰ ਐਕਸਟੈਂਡ ਕਰ ਰਹੇ। ਬੈਂਕ ਦੇਖੋ ਮੌਰਗੇਜ ਦੇਣ ਲਈ ਬੈਠੇ ਹੈ, ਬੈਂਕ ਕੋਈ ਇਹ ਨਹੀਂ ਹੈਗਾ ਕਿ ਇਸ ਲਈ ਬੈਠੇ ਹੈ ਬਈ ਮੌਰਗੇਜ ਨਹੀਂ ਦੇਣਾ। ਉਹਨਾਂ ਦਾ ਬਿਜ਼ਨਸ ਹੈ ਮੌਰਗੇਜ ਲੈਂਡਿੰਗ, ਔਰ ਉਹ ਉਹਨਾਂ ਨੇ ਕੁਆਲਿਟੀ ਕਲਾਇੰਟ ਦੇਖਣੇ ਆ। ਜਦੋਂ ਤੁਹਾਨੂੰ ਇਹ ਨਜ਼ਰ ਆ ਰਿਹਾ ਵੀ ਮੈਨੂੰ ਲੈਂਡਰ ਪੈਸੇ ਨਹੀਂ ਦੇ ਰਿਹਾ, ਫਿਰ ਠੀਕ ਹੈ ਤੁਸੀਂ B ਲੈਂਡਰ ਕੋਲ ਜਾਂ ਕ੍ਰੈਡਿਟ ਯੂਨੀਅਨ ਕੋਲ ਚਲੇ ਗਏ, ਤੁਹਾਨੂੰ ਉਹ ਵੀ ਨਹੀਂ ਦੇ ਰਿਹਾ ਤੇ ਫਿਰ ਵੀ ਤੁਸੀਂ ਮਤਲਬ ਬਜਟ ਹੈ ਕਿ ਮੈਂ ਘਰ ਲੈਣਾ ਹੀ ਲੈਣਾ, ਤੁਹਾਨੂੰ ਰੁਕ ਜਾਣਾ ਚਾਹੀਦਾ। ਜਦੋਂ ਤੁਹਾਨੂੰ ਕੋਈ ਆ ਕੇ ਤੁਹਾਡੇ ਹੱਥ ਨਾ ਬੰਨੇਗਾ ਵੀ ਤੁਸੀਂ ਰੁਕ ਜਾਓ, ਇਹ ਤੁਹਾਡੇ ਇੰਡੀਕੇਸ਼ਨਸ ਹੈਗੀਆਂ ਨੇ। ਲੇਕਿਨ ਹੁਣ ਤਾਂ ਕੀ ਹੈ ਕਿ ਹਾਈ ਪਿਚ ਸੇਲਸ ਹੁੰਦੀਆਂ ਨੇ, ਕਈ ਵਾਰੀ ਬੰਦੇ ਜਿਹੜੇ ਇਮੋਸ਼ਨਲ ਵੀ ਹੋ ਜਾਂਦੇ ਨੇ, ਫਿਰ ਦੈਨ ਯੂ ਹੈਵ ਟੂ ਪੇ ਕਾਸਟ ਫॉर ਇਟ। ਮੋਸਟਲੀ ਜਿਹੜੇ ਇਮੋਸ਼ਨਲ ਬਾਇੰਗ ਹੁੰਦੀ ਹੈ ਸਰ ਜਾਂ ਹਾਈ ਪਿਚ ਸੇਲਸ ਹੁੰਦੀ ਹੈ, ਤੇ ਇਹਦੇ ਅੰਦਰ ਤੁਹਾਨੂੰ ਇਹ ਡਿਸਿਪਲਿਨ ਔਰ ਆਰਗੇਨਾਈਜ਼ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਇਹ ਜੇ ਤੁਸੀਂ ਫਾਈਨੈਂਸ਼ੀਅਲ ਬਲੰਡਰ ਜੇ ਇੱਕ ਵਾਰੀ ਕਰ ਦਿੰਦੇ ਆ, ਤੁਹਾਨੂੰ ਕਈ ਦਹਾਕੇ ਇਹ ਜ਼ਿੰਦਗੀ 'ਚ ਤੁਹਾਨੂੰ ਪਿੱਛੇ ਲੈ ਜਾਂਦੇ ਨੇ। ਔਰ ਪ੍ਰਾਈਵੇਟ ਮੌਰਗੇਜਿਸ 'ਚੋਂ ਨਿਕਲਣਾ ਇਹ ਦਲਦਲ ਹੈ, ਇਹ 'ਚੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੈਗਾ ਆ। ਜਿਹੜੇ ਲੋਕ ਫਸੇ ਹੋਏ ਨੇ ਉਹ ਤੇ ਵਿਚਾਰੇ ਫਸੇ ਨੇ। ਜਿਹੜੇ ਨਵੇਂ ਬੰਦੇ ਨੇ, ਮੈਂ ਜ਼ਰੂਰ ਕਹਾਂਗਾ
ਬਈ ਜੇ ਤੁਸੀਂ ਪ੍ਰਾਈਵੇਟ ਮੌਰਗੇਜ ਤੁਸੀਂ ਮਤਲਬ ਘਰ ਲੈਣਾ ਹੀ ਹੈ, ਤੁਹਾਨੂੰ ਇੰਨੀ ਮਤਲਬ ਹੈਗੀ ਜਿੱਦ ਕਿ ਮੈਂ ਘਰ ਲੈਣਾ ਆ, ਹੁਣੇ ਹੀ ਲੈਣਾ ਆ, ਤੇ ਤੁਹਾਨੂੰ ਫਿਰ ਇਹ ਚਾਹੀਦਾ ਕਿ ਤੁਸੀਂ ਆਪਣੀ A ਜਾਂ B ਕਲਾਸ ਲੈਂਡਰ ਕੋਲੋਂ ਫਸਟ ਮੌਰਗੇਜ ਹੀ ਕਰਾਓ। ਜੇ ਤੁਹਾਨੂੰ ਸ਼ੁਰੂ 'ਚ ਹੀ ਸੈਕੰਡ ਮੌਰਗੇਜ ਦੀ ਲੋੜ ਪੈ ਗਈ, ਡੈਫੀਨੇਟਲੀ ਯੂ ਵਿਲ ਐਂਡ ਅਪ ਇਨ ਦੀ ਬੈਂਕਰਪਸੀ। ਪਰ ਹੁਣ ਜਿਹੜੇ ਇਸ ਦਲਦਲ 'ਚ ਫਸ ਗਏ ਨੇ ਸਰ ਬਹਾਦਰ, ਉਹਨਾਂ ਨੂੰ ਕੱਢਣ ਲਈ ਕਈ ਵਕੀਲ ਜਿਹੜੇ ਬੜੇ ਉਸਤਾਦ ਤੇ ਚੰਟ ਵਕੀਲ ਨੇ, ਉਹ ਕਹਿੰਦੇ ਵੀ ਤੁਸੀਂ ਪ੍ਰਪੋਜ਼ਲ ਬਣਾ ਕੇ ਦੇ ਦਿਓ, ਨਾ ਤਾਂ ਤੁਹਾਨੂੰ ਮੁੜ ਕੇ ਬੁਲਾ ਸਕਦੇ ਆ, ਨਾ ਉਹ ਤੁਹਾਡੇ ਘਰੋਂ ਕੱਢ ਸਕਦੇ ਆ, ਕੁਛ ਨਹੀਂ ਕਰ ਸਕਦੇ। ਜੇ ਪ੍ਰਪੋਜ਼ਲ ਦੇ ਦਿੱਤੀ ਜਾਂਦੀ ਆ ਬਣਾ ਕੇ ਕਿ ਵੇਖ ਲਓ, ਮੈਨੂੰ ਮੁੜ ਕੇ ਫ਼ੋਨ ਨਾ ਕਰਿਓ, ਮੈਂ ਪੈਸੇ ਨਹੀਂ ਦੇ ਸਕਦਾ, ਜੇ ਮੈਨੂੰ ਤੰਗ ਕੀਤਾ ਤਾਂ ਮੈਂ ਬੈਂਕਰਪਸੀ ਕਰ ਦਿਆਂਗਾ। ਸੋ ਇਸ ਕਰਕੇ ਕੀ ਉਹਨਾਂ ਨੂੰ ਚੁੱਪ ਕਰਾਇਆ ਜਾ ਸਕਦਾ? ਬਿਲਕੁਲ ਸਰ, ਕੰਜ਼ਿਊਮਰ ਪ੍ਰਪੋਜ਼ਲ ਜਿਹੜੀ ਹੈ ਇਹ ਵੀ ਇੱਕ ਤਰ੍ਹਾਂ ਦੀ ਸੌਰਟ ਆਫ ਬੈਂਕਰਪਸੀ ਹੈ, ਲੇਕਿਨ ਬਹੁਤ ਹਾਂ ਜਦੋਂ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੈ ਉਹ ਤੁਹਾਡੇ ਤੋਂ ਨਹੀਂ ਲੈ ਸਕਦੇ। ਇਸੇ ਕਰਕੇ ਜਿਹੜੇ ਇਹ ਪ੍ਰਾਈਵੇਟ ਲੈਂਡਰਸ ਨੇ ਇਹ ਬਹੁਤ ਜ਼ਿਆਦਾ ਹਾਈ ਇੰਟਰਸਟ ਚਾਰਜ ਕਰਦੇ ਨੇ, ਪਰ ਇੱਦਾਂ ਦੀ ਨੌਬਤ ਤੁਹਾਨੂੰ ਆਉਣੀ ਨਹੀਂ ਚਾਹੀਦੀ, ਕਿਉਂਕਿ ਔਰ ਕੰਜ਼ਿਊਮਰ ਪ੍ਰਪੋਜ਼ਲ ਵੀ ਕੋਈ ਇੰਨੀ ਸੌਖੀ ਨਹੀਂ ਹੈਗੀ ਵੀ ਤੁਸੀਂ ਮਤਲਬ ਆਪਣੇ ਆਪ ਕਰ ਦੋਗੇ। ਉਹ ਵੀ ਅੱਗੇ ਇਹੋ ਜਿਹੇ ਬੰਦੇ ਬੈਠੇ ਆ, ਉਹਨਾਂ ਨੇ ਦੇ ਵਿਲ ਡਰੇਨ ਆਊਟ ਆਲ ਯੋਰ ਕੈਸ਼ ਰਿਜ਼ਰਵਸ, ਔਰ ਉਹਦੇ 'ਚੋਂ ਵੀ ਨਿਕਲਣਾ ਕੋਈ ਸੌਖਾ ਨਹੀਂ ਹੈਗਾ। ਫਿਰ ਤੁਸੀਂ 5 ਸਾਲ ਤੁਸੀਂ ਪੇਮੈਂਟਾਂ ਬੰਨ ਦਿੰਦੇ ਆ, 5 ਸਾਲ ਲਈ, 7 ਸਾਲ ਲਈ, ਔਰ ਉਸ ਤੋਂ ਬਾਅਦ ਫਿਰ 9 ਸਾਲ ਮਤਲਬ R9 ਇੱਕ ਤੁਹਾਡੀ ਰੇਟਿੰਗ ਲੱਗ ਜਾਂਦੀ ਹੈ, ਔਰ ਤੁਹਾਨੂੰ ਜਿਹੜਾ ਹੈ ਉਹ ਤੋਂ ਨਿਕਲਣਾ ਕੋਈ ਸੌਖਾ ਨਹੀਂ ਹੈਗਾ ਥਿੰਡ ਸਾਹਿਬ, ਲੇਕਿਨ ਦੈਟ ਇਜ਼ ਯੋਰ ਲਾਸਟ ਰਿਸੋਰਟ। ਪਰ ਜਿਹੜੀ ਪੇਮੈਂਟ ਵੀ ਬਣਦੇ ਆ, ਉਹ ਮੈਂ ਸੁਣਿਆ ਕਿ ਉਹ ਫਰਜ਼ ਕਰੋ ਤੁਹਾਡੀ ਪੇਮੈਂਟ $2500 ਆ, ਉਹ ਐਵੇਂ $200 ਮਹੀਨਾ ਬੰਨ ਦੇਣਗੇ, ਤੁਹਾਨੂੰ ਬੁਲਾ ਕੋਈ ਸਕਦਾ ਨਹੀਂ, ਘਰ 'ਚ ਤੁਸੀਂ ਰਹੀ ਜਾਣਾ। ਪਰ ਇਹ ਬੈਂਕਰਪਸੀ ਆ ਜਾਂ ਬੈਂਕਰਪਸੀ ਦੇ ਵਿਚਾਲੇ ਕੋਈ ਸਟੇਜ ਆ? ਕੰਜ਼ਿਊਮਰ ਪ੍ਰਪੋਜ਼ਲ ਦਿੰਦੇ ਸਾਰ ਹੀ ਤੁਹਾਡਾ ਕ੍ਰੈਡਿਟ ਖਰਾਬ ਹੋ ਜਾਏਗਾ ਜਾਂ ਕਿ ਵਿੱਚ ਕੋਈ ਗੈਪ ਵੀ ਹੈ? ਸਰ ਤੁਹਾਡੇ ਤੇ ਤੁਹਾਨੂੰ ਕੋਈ ਵੀ ਲੈਂਡਰ ਪੈਸੇ ਨਹੀਂ, ਜਿਵੇਂ ਤੁਸੀਂ ਕਿਹਾ $200 ਤੁਹਾਡੀ ਪੇਮੈਂਟ ਬੰਨ ਦਿੱਤੀ, ਜਦ ਤੱਕ ਤੁਸੀਂ ਫੁੱਲ ਪੇਮੈਂਟ ਨਹੀਂ ਕਰ ਦਿੰਦੇ ਔਰ ਡਿਸਚਾਰਜ ਨਹੀਂ ਹੁੰਦੇ, ਤੁਹਾਨੂੰ ਕੋਈ ਨਵਾਂ ਲੋਨ ਕਿਤੋਂ ਨਹੀਂ ਮਿਲਦਾ। ਸਪੋਜ਼ ਤੁਸੀਂ ਕਿਸੇ ਨੂੰ $1,00,000 ਦੇਣਾ ਆ ਤੇ ਤੁਹਾਡੀ ਪੇਮੈਂਟ ਉਹਨੇ ਮੰਨ ਲਓ ਤੁਸੀਂ ਕਹਿੰਦੇ $200 ਬੰਨਤੀ, ਉਹ ਕਦੋਂ ਪੇ ਹੋਣੀ ਆ? ਜਾਂ $500 ਬੰਨਤੀ, ਉਹ ਕਦੋਂ ਪੇ ਹੋਊਗੀ? ਉਹ ਤਾਂ 15 ਸਾਲ ਲੱਗ ਜਾਣੇ ਆ, ਤੇ ਉਹ 15 ਸਾਲ ਤੁਸੀਂ ਜਿਹੜਾ R9 ਤੁਹਾਡੇ ਤੇ ਰੇਟਿੰਗ ਰਹਿਣੀ ਆ, ਔਰ ਤੁਸੀਂ ਕੋਈ ਨਵਾਂ ਲੋਨ ਨਹੀਂ ਲੈ ਸਕਦੇ। ਤੇ ਤੁਹਾਨੂੰ ਪਤਾ ਸਰ ਇਸ ਕੰਟਰੀ ਦੇ ਅੰਦਰ, ਇਸ ਸੋਸਾਇਟੀ ਦੇ ਅੰਦਰ your credit is the most important thing. Two things I always say to my clients, do not mess with this. One is your credit, second is your criminal record. ਇਹ ਦੋ ਚੀਜ਼ਾਂ ਤੁਸੀਂ ਇੱਕ ਵਾਰੀ ਮਿਸ ਕਰਤੀਆਂ ਤੇ ਫਿਰ ਤੁਸੀਂ ਇਸ ਕੰਟਰੀ ਦੇ ਅੰਦਰ ਤੁਹਾਡੀ ਗੱਡੀ ਥੋੜਾ ਲਾਈਨ ਤੇ ਲਿਆਉਣੀ ਤੁਹਾਡੇ ਲਈ ਬਹੁਤ ਜ਼ਿਆਦਾ ਔਖੀ ਹੈਗੀ ਆ। ਨਵੇਂ ਬੰਦੇ ਲਈ ਬਹੁਤ ਸੌਖੀ ਜ਼ਿੰਦਗੀ ਹੈ, ਤੇ ਇਸ ਕਰਕੇ ਨੈਵਰ ਐਵਰ ਯੂ ਮਿਸ ਯੋਰ ਕ੍ਰੈਡਿਟ ਐਂਡ ਯੋਰ ਕ੍ਰਿਮੀਨਲ ਰੈਕਡ। ਅਖੀਰ ਤੁਸੀਂ ਪ੍ਰਾਈਵੇਟ ਮੌਰਗੇਜ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ? ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਰ ਕਿ ਤੁਸੀਂ ਇਹਨੂੰ ਅਵਾਇਡ ਜਿਸ ਹੱਦ ਤੱਕ ਕਰ ਸਕਦੇ ਆ ਕਰੋ। ਮਤਲਬ ਕਈ ਲੋਕੀ ਹਲੇ ਇਸ ਤਰ੍ਹਾਂ ਦੇ ਹੈਗੇ ਵੀ ਹੁਣ ਘਰ ਜਿਹੜੇ ਡਾਊਨ ਪੇਮੈਂਟ ਆਏ ਹੋਏ ਨੇ, ਤੇ ਚਲੋ ਅਸੀਂ ਏਦਾਂ ਕਰਦੇ ਹਾਂ, ਘਰ ਰਿਸਕ ਲੈ ਲੈਂਦੇ ਹਾਂ, ਹੋਰ ਸਾਲ ਬਾਅਦ ਡੈਫੀਨੇਟਲੀ ਦਿਸ ਮਾਰਕੀਟ ਵਿਲ ਕਮ ਅਪ ਇਨ 1 year, ਲੇਕਿਨ ਹੋਰ ਸਾਲ ਬਾਅਦ ਮਾਰਕੀਟ ਉੱਤੇ ਆ ਜਾਊਗੀ। ਪਰ ਇਹਦੀ ਕੀ ਗਾਰੰਟੀ ਹੈ ਸਾਲ ਬਾਅਦ ਤੁਸੀਂ ਮੌਰਗੇਜ ਕੁਆਲੀਫਾਈ ਕਰੋਗੇ? ਇਹਦੀ ਕੀ ਗਾਰੰਟੀ ਹੈ ਕਿ ਤੁਹਾਡੀ ਸਿਹਤ ਵਧੀਆ ਰਹੇਗੀ? ਇਹਦੀ ਕੀ ਗਾਰੰਟੀ ਹੈ ਕਿ ਤੁਹਾਡੇ ਕੋਲ ਉਹੀ ਇਨਕਮ ਰਹੇਗੀ ਜੋ ਤੁਸੀਂ ਅੱਜ ਬਣਾ ਰਹੇ ਹੋ ਸਕਦਾ ਕੱਲ੍ਹ ਨੂੰ ਤੁਹਾਡੀ ਨੌਕਰੀ ਚਲੀ ਜਾਵੇ। ਇਸ ਕਰਕੇ ਤੁਸੀਂ ਜਿਹੜਾ ਹੈ ਫਸਟ ਮੌਰਗੇਜ ਕਦੀ ਵੀ ਨਹੀਂ ਸੋਚਣੀ, ਨਾ ਕਦੀ ਆਪਣੇ ਯਾਰ ਦੋਸਤ ਲਈ ਸੋਚਣੀ ਆ। ਪ੍ਰਾਈਵੇਟ ਮੌਰਗੇਜ ਤੁਸੀਂ ਜੇ ਕੋਈ ਬਹੁਤ ਅਖੀਰ 'ਚ ਕੋਈ ਫਸਿਆ ਹੋਇਆ ਬੰਦਾ, ਤੇ ਉਹ ਵਿਚਾਰਾ ਦਲਦਲ ਹੀ ਹੈ ਸਰ, ਉਹ 'ਚੋਂ ਬਹੁਤ ਘੱਟ ਪਰਸੈਂਟੇਜ ਲੋਕੀ ਜਿਹੜੇ ਨੇ ਉਹ ਇਸ ਦਲਦਲ 'ਚੋਂ ਨਿਕਲ ਪਾਉਂਦੇ ਨੇ। ਨੈਵਰ ਐਵਰ ਗੋ ਟੂ ਈਵਨ ਫਰਗੇਟ ਅਬਾਊਟ ਪ੍ਰਾਈਵੇਟ ਮੌਰਗੇਜ, ਈਵਨ ਬੀ ਲੈਂਡਰ ਲਈ ਵੀ ਜਦੋਂ ਤੁਹਾਨੂੰ ਕੋਈ ਬੀ ਲੈਂਡਰ ਆ ਜਾਵੇ, ਉਸੇ ਟਾਈਮ ਤੁਹਾਨੂੰ ਸੁਚੇਤ ਹੋ ਜਾਣਾ ਚਾਹੀਦਾ ਕਿ ਵੀ ਮੈਨੂੰ ਘਰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਇਹ ਤੇ ਨਹੀਂ ਕਿ ਬੰਦਾ ਜਿਹੜਾ ਮੈਨੂੰ ਫਸਾ ਰਿਹਾ ਉਹਨੇ ਆਪਣੀ ਕਮਿਸ਼ਨ ਲਈ ਫਸਾ ਰਿਹਾ, ਤੇ ਤੁਹਾਨੂੰ ਉੱਥੇ ਹੀ ਰੁਕ ਜਾਣਾ ਚਾਹੀਦਾ ਸਰ। ਸੁਰਿੰਦਰਪਾਲ ਸਿੰਘ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਸਰ। ਥੈਂਕ ਯੂ।